क्यों नहीं करदियां पॉलिटिकल पार्टीज अपनी जायदाद नू अपनी प्रॉपर्टीज नू पूरी तरह रिवील कि अगर वो अपनी प्रॉपर्टीज नू पूरी तरह रिवील कर देन ते जनता नू हो सकता है फायदा। प्रॉपर्टी अपनी पूरी दिखाते हैं, ताई उन्होंने टिकट लैन की इजाजत मिलती है। बाकी 2 नंबर का काम सारे ही करते हैं। गवर्नमेंट ਨੂੰ ਚਾਹੀਦਾ ਹੈ ਕਿ ਇਹ ਜਾਂਚ ਕਰਨ ਤਾਂ ਕਿ ਜਿਹੜੀ ਉਹਨਾਂ ਦੀ ਪੂਰੀ ਪ੍ਰਾਪਰਟੀ ਰਿਵੀਲ ਹੋਵੇ, जनता ਦੀ ਭਲਾਈ ਦੇ ਲਈ ਕੰਮ ਆਵੇ। गवर्नमेंट पूरी तरह जांच करे ना, ਜਿਹੜੇ पोलिटिकल लीडर अपने रिश्तेदार से प्रॉपर्टी लै लेंगे है, ਜਿਹੜੇ जे कोई फड़िया जाता है ਉਹਦੀ प्रॉपर्टी कुर करके जनता ही वंडी जान। ਮੈਨੂੰ ਤਾਂ ਨਹੀਂ ਲੱਗਦਾ ਜੀ ਪ੍ਰੋਪਰਟੀ ਪੂਰੀ ਕਰਦੀ ਹੈਗੀ। ਜਿਹੜੀ ਮਤਲਬ ਦੇਖੋ ਬਲੈਕ ਮਨੀ ਹੈ, ਜਿਨ੍ਹਾਂ ਕੋਲ ਜ਼ਿਆਦਾ ਓਵਰਲੋਡ ਪੈਸਾ ਹੈ, ਉਹ ਹੋਣੀ ਚਾਹੀਦੀ ਹੈ, ਉਹਨਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਕੀ ਲੱਗਦਾ ਤੁਹਾਨੂੰ ਪੂਰੀ ਤਰ੍ਹਾਂ ਇਹ ਜਿਹੜੀ ਆਪਣੀ ਜਿਹੜੀ ਸੰਪत्ति ਹੈ ਨਹੀਂ ਦੱਸਦੇ? ਬਿਲਕੁਲ ਸਹੀ ਗੱਲ ਹੈ, ਨਹੀਂ ਦੱਸਦੇ। ਬੰਦਾ ਕੰਮ ਕਰ ਰਿਹਾ, ਇੰਨੇ ਪੈਸੇ ਅਲਾਉ ਹੁੰਦੇ ਇਹਨਾਂ ਨੂੰ, ਕਿੱਥੇ ਜਾਂਦੇ? ਸਤਿ ਸ਼੍ਰੀ ਅਕਾਲ, ਮੈਂ ਹਾਂ ਨਿਧੀ ਵਰਮਾ ਤੇ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ। ਜਿਵੇਂ ਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਪੋਲੀਟੀਕਲ ਲੀਡਰਸ ਜਿਹੜੇ ਨੇ ਉਹ ਜਿਹੜੇ ਆਪਣੀ ਪ੍ਰਾਪਰਟੀ ਨੂੰ ਪੂਰੀ ਤਰ੍ਹਾਂ ਜਨਤਾ ਦੇ ਸਾਹਮਣੇ ਪੂਰੀ ਤਰ੍ਹਾਂ ਰਿਵੀਲ ਨਹੀਂ ਕਰਦੇ। ਕੀ ਰੀਜ਼ਨ ਹੈ, ਕਿਸ ਵਾਸਤੇ ਕਰਦੇ ਨੇ ਉਹ ਇਸ ਤਰ੍ਹਾਂ, ਤੇ ਜਨਤਾ ਕੀ ਕਹਿੰਦੀ ਹੈ ਜੇ ਉਹ ਆਪਣੀ ਪ੍ਰਾਪਰਟੀ ਨੂੰ ਪੂਰੀ ਤਰ੍ਹਾਂ ਸਾਹਮਣੇ ਰੱਖ ਦੇਣ ਤਾਂ ਕੀ ਭਲਾਈ ਦੇ ਵਿੱਚ ਕੰਮ ਆ ਸਕਦੀ ਹੈ? ਇਸ ਬਾਰੇ ਅਸੀਂ ਇੱਕ ਵਾਰ ਫੇਰ ਲੋਕਾਂ ਨਾਲ ਗੱਲ ਕਰਨ ਲੱਗੇ ਹਾਂ। ਕੀ ਕਹਿੰਦੇ ਨੇ ਉਹ ਕਿ ਜੇ ਪ੍ਰਾਪਰਟੀਜ਼ ਦੇ ਸਾਹਮਣੇ ਆਉਂਦੀਆਂ ਨੇ ਕਿ ਲੋਕਾਂ ਦਾ ਭਲਾ ਹੋਏਗਾ, ਜਿਹੜੇ ਕੰਮ ਰੁਕੇ ਹੋਏ ਨੇ ਉਹ ਪੂਰੇ ਹੋ ਸਕਣਗੇ। ਆਓ ਅਸੀਂ ਗੱਲ ਕਰਦੇ ਹਾਂ ਕੀ ਕਹਿੰਦੇ ਨੇ ਲੋਕ। ਹਾਂਜੀ ਸਰ, ਕੀ ਲੱਗਦਾ ਪੋਲੀਟੀਕਲ ਲੀਡਰਸ ਬਾਰੇ ਸਭ ਤੋਂ ਪਹਿਲਾਂ ਤੁਹਾਡੇ ਕੀ ਵਿਚਾਰ ਨੇ, ਕੀ ਕਹੋਗੇ ਉਹਨਾਂ ਬਾਰੇ? ਮੈਂ ਦੇਖੋ ਇਸ ਤਾਂ ਦੁਕਾਨਦਾਰ ਹਾਂ, ਮੈਂ ਕੀ ਕਹਿ ਸਕਦਾ ਇਹਦੇ ਬਾਰੇ। ਕਦੇ ਇਸ ਤਰ੍ਹਾਂ ਪੋਲੀਟਿਕਸ 'ਚ ਇੰਟਰਸਟ ਲਿਆ ਹੈ, ਸਾਨੂੰ ਤਾਂ ਆਪਣੀ ਦੁਕਾਨਦਾਰੀ ਤੱਕ ਮਤਲਬ ਹੈ। ਸਵੇਰੇ ਆ ਜਾਂਦੇ ਹਾਂ, ਸ਼ਾਮ ਨੂੰ ਚਲੇ ਜਾਂਦੇ ਹਾਂ, ਤਾਂ ਬਲਕਿ ਸਾਡੇ ਕੋਲ ਵੋਟ ਪਾਉਣ ਦਾ ਵੀ ਟਾਈਮ ਨਹੀਂ ਸੀ, ਵੋਟ ਵੀ ਨਹੀਂ ਪਾਈ ਹੈਗੀ। ਸਰ ਵੋਟ ਕਿਉਂ ਨਹੀਂ ਪਾਈ? ਸਭ ਤੋਂ ਪਹਿਲਾਂ ਤਾਂ ਇਹੀ ਦੇਖਿਆ ਜਾਂਦਾ ਕਿ ਜੇ ਅਸੀਂ ਵੋਟ ਨਹੀਂ ਪਾਉਂਦੇ, ਠੀਕ ਹੈ, ਜਨਤਾ ਦਾ ਅਧਿਕਾਰ ਹੈ। ਐਤਕੀ ਇਹ ਵੀ ਦੇਖਿਆ ਗਿਆ ਕਿ ਸਭ ਤੋਂ ਘੱਟ ਵੋਟ ਪਈ ਹੈ ਪੰਜਾਬ ਦੇ ਵਿੱਚ। ਇੱਕ ਇਹ ਵੀ ਰੀਜ਼ਨ ਹੈ ਕਿ ਕਈਆਂ ਨੇ ਜਿਹੜੇ ਕੰਮ ਦੇ ਕਰਕੇ ਵੋਟ ਨਹੀਂ ਪਾਈ, ਪਰ ਸੰਡੇ ਵਾਲੇ ਦਿਨ ਰੱਖਿਆ ਗਿਆ ਸੀ, ਤੁਸੀਂ ਵੋਟ ਕਿਉਂ ਨਹੀਂ ਪਾਈ? ਐਕਚੁਅਲੀ ਸੰਡੇ ਮਾਰਕੀਟ ਖੁੱਲੀ ਹੁੰਦੀ ਹੈ ਨਾ ਸਾਡੀ, ਸੰਡੇ ਮਾਰਕੀਟ ਖੁੱਲੀ ਹੁੰਦੀ ਹੈ, ਜਾ ਨਹੀਂ ਪਾਏ ਹੈਗੇ ਦੁਕਾਨ ਕਰਕੇ। ਪਰ ਸਪੈਸ਼ਲੀ ਬੰਦ ਕੀਤੀਆਂ ਗਈਆਂ ਸੀ, ਦੁਕਾਨਾਂ ਕਰਵਾਈਆਂ ਗਈਆਂ ਸੀ, ਕਿਹਾ ਗਿਆ ਸੀ ਦੁਕਾਨਾਂ ਬੰਦ ਕੀਤੀਆਂ ਜਾਣਗੀਆਂ, ਖੁੱਲੀ ਸੀ ਜੀ, ਇਸ ਕਰਕੇ ਜਾ ਨਹੀਂ ਪਾਏ ਹੈਗੇ। ਤੇ ਜੇ ਅਸੀਂ ਗੱਲ ਕਰੀਏ ਆਪਣੇ ਮੁੱਦੇ ਤੇ ਕਿ ਜਿਹੜੀ ਗਵਰਨਮੈਂਟ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਉਹ ਜਿਹੜੀ ਆਪਣੀ ਪ੍ਰਾਪਰਟੀ ਹੈ, ਆਪਣੀ ਸੰਪत्ति ਹੈ, ਪੂਰੀ ਤਰ੍ਹਾਂ ਰਿਵੀਲ ਕਰਦੀ ਹੈ? ਲੱਗਦਾ ਤੁਹਾਨੂੰ ਕਿਸ ਤਰ੍ਹਾਂ? ਮੈਂ ਦੁਬਾਰਾ ਜਿਸ ਤਰ੍ਹਾਂ ਮਤਲਬ ਉਹਨਾਂ ਦੀ ਜਿਹੜੀ ਪੂਰੀ ਪ੍ਰਾਪਰਟੀ ਉਹ ਆਪਣੀ ਤਰ੍ਹਾਂ ਜਿਹੜੀ ਪੂਰੀ ਪ੍ਰਾਪਰਟੀ ਨੂੰ ਪੂਰੀ ਤਰ੍ਹਾਂ ਰਿਵੀਲ ਕਰਦੀ ਹੈ ਜਨਤਾ ਦੇ ਸਾਹਮਣੇ ਟਿਕਟ ਲੈਣ ਲਈ, ਕੀ ਲੱਗਦਾ ਹੈ? ਨਹੀਂ, ਮੈਨੂੰ ਤਾਂ ਨਹੀਂ ਲੱਗਦਾ ਜੀ ਪ੍ਰੋਪਰਟੀ ਪੂਰੀ ਕਰਦੀ ਹੈਗੀ, ਕੋਈ ਡਿਕਲੇਅਰ ਕਰਦੀ ਹੈਗੀ ਗਵਰਨਮੈਂਟ। ਤੇ ਕੀ ਲੱਗਦਾ ਹੈ ਕਿ ਅਗਰ ਉਹ ਪੂਰੀ ਤਰ੍ਹਾਂ ਰਿਵੀਲ ਕਰਨ ਤੇ ਡਿਕਲੇਅਰ ਕਰਨ ਸਾਰਾ ਕੁਝ, ਤੇ ਜਨਤਾ ਦੀ ਭਲਾਈ ਲਈ ਜੋ ਪੈਸਾ ਹੈ ਉਹ ਯੂਜ਼ ਹੋ ਸਕੇਗਾ ਚੰਗੀ ਤਰ੍ਹਾਂ? ਯੂਜ਼ ਹੋ ਸਕੇਗਾ ਜੀ, ਜਨਤਾ ਦੀ ਭਲਾਈ ਲਈ ਪੈਸਾ ਜ਼ਰੂਰ ਯੂਜ਼ ਹੋ ਸਕੇਗਾ, ਐਸੀ ਗੱਲ ਨਹੀਂ ਹੈਗੀ। ਕਿਉਂਕਿ ਜਿਹੜੀ ਬਲੈਕ ਮਨੀ ਹੈ ਉਹ ਵਾਈਟ ਹੋਏਗੀ, ਉਹ ਆਪਣਾ ਗਵਰਨਮੈਂਟ ਨੂੰ ਟੈਕਸ ਪਹੁੰਚੇਗਾ ਉਹਦਾ, ਤੇ ਜਨਤਾ ਦੀ ਭਲਾਈ ਲਈ ਉਹ ਲੱਗੇਗਾ ਪੈਸਾ ਉਹ। ਤੇ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀ ਜਾਂਚ ਏਜੰਸੀਜ਼ ਨੇ ਉਹਨਾਂ ਨੂੰ ਜਾਂਚ ਕਰਨੀ ਚਾਹੀਦੀ ਹੈ ਤਾਂ ਕਿ ਜਿੰਨੀ ਵੀ ਪ੍ਰਾਪਰਟੀ ਹੈ ਉਹਦੇ ਬਾਰੇ ਪਤਾ ਲੱਗੇ ਤੇ ਯੂਜ਼ ਹੋ ਸਕੇ ਉਹ ਭਲਾਈ ਲਈ, ਲੋਕਾਂ ਦੇ ਜਿਹੜੇ ਵੀ ਉਹਨਾਂ ਨੇ ਪ੍ਰੋਜੈਕਟਸ ਨੇ ਉਹ ਪੂਰੇ ਹੋਣ। ਬਿਲਕੁਲ, ਜਿਹੜੀ ਮਤਲਬ ਦੇਖੋ ਬਲੈਕ ਮਨੀ ਹੈ, ਜਿਨ੍ਹਾਂ ਕੋਲ ਜ਼ਿਆਦਾ ਓਵਰਲੋਡ ਪੈਸਾ ਹੈ, ਉਹ ਹੋਣੀ ਚਾਹੀਦੀ ਹੈ, ਉਹਨਾਂ ਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਵੀ ਜਿਹੜੇ ਗਰੀਬ ਆਦਮੀ ਨੇ, ਜਿਹੜੇ ਮਿਡਲ ਤਬਕੇ ਦੇ ਆਦਮੀ ਆ, ਉਹਨਾਂ ਦੇ ਲਈ ਪੈਸਾ ਯੂਜ਼ ਹੋ ਸਕੇ, ਸਹੀ ਸਿਸਟਮ 'ਚ ਆ ਸਕੇ ਪੈਸਾ ਉਹ। ਸਭ ਤੋਂ ਪਹਿਲਾਂ ਸਰ ਪੋਲੀਟੀਕਲ ਪਾਰਟੀਜ਼ ਬਾਰੇ ਕੀ ਵਿਚਾਰ ਨੇ ਤੁਹਾਡੇ, ਲੀਡਰਸ ਬਾਰੇ ਕੀ ਵਿਚਾਰ ਨੇ? ਲੀਡਰ ਮੈਡਮ ਦੇਖੋ, ਕਿਸੇ ਨੇ ਕੰਮ ਨਹੀਂ ਕੀਤਾ, ਸਾਰਿਆਂ ਨੇ ਬਸ ਟਾਈਮ ਪਾਸ ਹੀ ਕੀਤਾ, ਜਿਹੜਾ ਵੀ ਸੀਟ ਤੇ ਬੈਠਾ ਸੀਗਾ, ਠੀਕ ਹੈ। ਹੁਣ ਜਿਹੜੀ ਆ ਸਰਕਾਰ ਹੈਗੀ ਝਾੜੂ ਦੀ, ਇਹਦੇ ਤੋਂ ਲੋਕਾਂ ਨੂੰ ਉਮੀਦਾਂ ਹੈਗੀਆਂ ਕਾਫੀ। ਜਿਵੇਂ ਸਾਡੇ ਕੋਲ ਦੁਕਾਨ ਤੇ ਕਸਟਮਰ ਆਉਂਦਾ, ਅਸੀਂ ਕਸਟਮਰ ਨੂੰ ਵੀ ਪੁੱਛ ਕੇ ਦੇਖਿਆ, ਮੈਂ ਆਪਣੇ ਖੁਦ ਦੇ ਕਸਟਮਰ ਨੂੰ ਜਿਨ੍ਹਾਂ ਨਾਲ ਪਿਆਰ ਹੈਗਾ, ਰਿਲੇਸ਼ਨ ਹੈਗੇ, 15-15 ਸਾਲ ਦਾ ਕਸਟਮਰ ਆਉਂਦਾ, ਮੈਂ ਕਿਹਾ ਸਰ ਝਾੜੂ ਨੂੰ ਵੋਟ ਪਾਈ ਕਿਹਨੂੰ ਪਾਈ? ਕਹਿੰਦੇ ਅਸੀਂ ਇਸ ਵਾਰੀ ਇਹ ਨਹੀਂ ਦੇਖਿਆ ਬੰਦਾ ਸੀਟ ਤੇ ਕੌਣ ਖੜਾ ਹੈ, ਅਸੀਂ ਇਹ ਦੇਖਿਆ ਝਾੜੂ ਦਾ ਬਟਨ ਕਿੱਥੇ ਹੈ, ਬਸ ਇਹ ਸੋਚ ਕੇ ਲੋਕਾਂ ਨੇ ਵੋਟ ਪਾਈ ਹੈ। ਇਸ ਦੇ ਦੌਰਾਨ VOTING ਹੋਈ ਹੈ ਅੱਜ ਇਸ ਮਾਹੌਲ ਦੇ ਵਿੱਚ। ਤੇ ਬਿਲਕੁਲ ਜੇ ਇਸ ਬਾਰੇ ਗੱਲ ਕੀਤੀ ਜਾਵੇ ਕਿ ਪੋਲੀਟੀਕਲ ਲੀਡਰਸ ਦੇ ਹਮੇਸ਼ਾ ਗੱਲ ਕੀਤੀ ਜਾਂਦੀ ਹੈ ਆਪਣੀ ਪ੍ਰਾਪਰਟੀ ਪੂਰੀ ਤਰ੍ਹਾਂ ਰਿਵੀਲ ਨਹੀਂ ਕਰਦੇ ਜਨਤਾ ਦੇ ਸਾਹਮਣੇ, ਠੀਕ ਹੈ, ਇਹਦੇ ਬਾਰੇ ਕੀ ਕਹੋਗੇ? ਕੀ ਲੱਗਦਾ ਤੁਹਾਨੂੰ ਪੂਰੀ ਤਰ੍ਹਾਂ ਇਹ ਜਿਹੜੀ ਸੰਪत्ति ਹੈ ਨਹੀਂ ਦੱਸਦੇ? ਬਿਲਕੁਲ ਸਹੀ ਗੱਲ ਹੈ, ਨਹੀਂ ਦੱਸਦੇ। ਜਦੋਂ ਬਣਦੇ ਆ ਉਦੋਂ ਦੇਖੋ ਕੀ ਹੁੰਦਾ ਵਾ, ਤੇ ਬਣਨ ਤੋਂ ਬਾਅਦ ਦੇਖਿਓ ਕੀ ਹੁੰਦਾ, ਸਾਲ 2 ਸਾਲ ਬਾਅਦ। ਹੁਣ ਸੰਜੇ ਜਲਵਾੜ ਜੀ ਦੇਖ ਲਓ, ਇੱਕ ਪੈਟਰੋਲ ਪੰਪ ਸੀਗਾ ਤੇ ਅੱਜ ਦੇਖੋ ਉਹਨਾਂ ਦੀ ਜਾ ਕੇ ਕੀ ਹੈਗਾ, ਉਹਨਾਂ ਕੋਲ ਵੇਰਵਾ ਚੈੱਕ ਕਰੋ ਨਾ। ਗਵਰਨਮੈਂਟ ਨੂੰ ਦੇਖਣਾ ਚਾਹੀਦਾ ਬੰਦਾ ਕੰਮ ਕਰ ਰਿਹਾ, ਇੰਨੇ ਪੈਸੇ ਅਲਾਉ ਹੁੰਦੇ ਇਹਨਾਂ ਨੂੰ, ਕਿੱਥੇ ਜਾਂਦੇ ਆ? ਕਹਿੰਦੇ ਇੰਨੇ ਪੈਸੇ ਲਾਤੇ, ਦਿਖਾਓ ਵੀ ਤਾਂ ਸਹੀ ਕਿੱਥੇ ਲਾਏ ਆ, ਨਜ਼ਰ ਵੀ ਤਾਂ ਆਉਣ ਲੱਗੇ ਹੋਏ ਪਬਲਿਕ, ਬਸ ਇਹਨਾਂ ਨੇ ਬਸ ਉਹ ਕੀਤੀ ਹੋਈ ਆ ਬਸ। ਬਾਕੀ ਹੁਣ ਤੁਹਾਨੂੰ ਦੱਸਿਆ ਝਾੜੂ ਤੋਂ ਉਮੀਦਾਂ ਲੋਕਾਂ ਨੂੰ ਬਹੁਤ ਨੇ, ਇੱਥੇ ਸਾਡੇ ਇੱਧਰ
ਹਲਕਾ ਸੈਂਟਰ ਦੇ ਵਿੱਚ ਪੱਪੀ ਪ੍ਰੈਸ਼ਰ ਜੀ ਖੜੇ ਸੀਗੇ, ਬਹੁਤ ਯਾਨੀ ਕਿ ਗੱਲਬਾਤ ਸੀਗੀ ਇਹਨਾਂ ਦੀ, ਕਾਫੀ VOTING ਇਹਨਾਂ ਨੂੰ ਪਈ ਹੈ। ਬਾਕੀ ਦੇਖੋ ਹੁਣ ਇਹ ਤਾਂ ਪਬਲਿਕ ਦੇ ਹੱਥ ਹੈ ਕਿੱਧਰ ਨੂੰ ਜਾਂਦਾ ਰੁਝਾਨ। ਪਰ ਕੀ ਕਹੀਏ, ਕੀ ਲੱਗਦਾ ਹੈ ਕਿ ਜੇਕਰ ਸਾਰੀ ਜਾਂਚ ਕੀਤੀ ਜਾਵੇ ਪ੍ਰਾਪਰਟੀਆਂ ਦੀ, ਠੀਕ ਹੈ, ਤੇ ਜਨਤਾ ਲਈ ਭਲਾਈ ਲਈ ਜੋ ਪੈਸਾ ਹੈ ਉਹ ਅਗਰ ਸਾਹਮਣੇ ਆਂਦਾ ਹੈ ਤਾਂ ਸੱਚੀ ਵਿੱਚ ਅਸਲ ਦੇ ਵਿੱਚ ਭਲਾਈ ਦੇ ਵਿੱਚ ਯੂਜ਼ ਹੋ ਸਕਦਾ ਹੈ। ਬਿਲਕੁਲ ਯੂਜ਼ ਹੋਣਾ ਚਾਹੀਦਾ। ਜਿਹੜੀ ਆਪਣੀ ਨੀਚਲੀ ਪੋਪੂਲੇਸ਼ਨ ਹੈਗੀ ਆ ਉਹਨਾਂ ਤੇ ਲਾਣਾ ਚਾਹੀਦਾ, ਹਸਪੀਟਲ ਬਣਾਉਣੇ ਚਾਹੀਦੇ ਆ, ਗਰੀਬ ਲੜਕਿਆਂ ਦੀ ਸ਼ਾਦੀਆਂ ਕਰ ਦਿਓ, ਕੁਝ ਕਰ ਦਿਓ, ਪਬਲਿਕ ਵਾਸਤੇ ਯੂਜ਼ ਕਰੋ ਨਾ। ਅੱਜ ਤੱਕ ਕਿਸੇ ਗਵਰਨਮੈਂਟ ਨੇ ਇੱਦਾਂ ਕੀਤਾ ਹੈ? ਕਿਸੇ ਸਰਕਾਰ ਨੇ? ਦੇਖੋ ਝਾੜੂ ਦੀ ਸਰਕਾਰ ਹੈਗੀ ਆ, ਹੁਣ ਅਸੀਂ ਰਿਵਿਊ ਦੇਖਦੇ ਹਾਂਗੇ ਇਹਨਾਂ ਦੇ, ਠੀਕ ਹੈ। ਉਹਨਾਂ ਨੇ ਕਰੋਨਾ ਕਾਲ ਦੇ ਵਿੱਚ ਕਿਸੇ ਨੇ ਵੀ ਆਪਣੀ ਪੰਜਾਬ ਸਰਕਾਰ ਨੇ ਕੀ ਦਿੱਤਾ, ਇਹਨਾਂ ਨੂੰ ਆਪਣੀ ਪਈ ਹੋਈ ਹੈ। ਕੈਪਟਨ ਨੂੰ ਆਪਣੇ ਠੇਕਿਆਂ ਦੀ ਪਈ ਹੋਈ ਸੀ, ਮੈਨੂੰ ਇੰਨਾ ਘਾਟਾ ਹੋ ਰਿਹਾ। ਉਹਨਾਂ ਨੇ ਆਪਣੇ ਟੈਂਪੂ ਵਾਲਿਆਂ ਨੂੰ, ਰਿਕਸ਼ੇ ਵਾਲਿਆਂ ਨੂੰ, ਸਭ ਨੂੰ ਅਕਾਊਂਟ ਦੇ ਵਿੱਚ ਪੈਸੇ ਭੇਜੇ। ਇਸ ਤੋਂ ਵਧੀਆ ਕਿਹੜੀ ਸਰਕਾਰ ਹੋ ਜਾਊਗੀ? ਸਭ ਤੋਂ ਪਹਿਲਾਂ ਤਾਂ ਪੋਲੀਟੀਸ਼ੀਅਨਸ ਬਾਰੇ ਤੁਹਾਡੇ ਕੀ ਵਿਚਾਰ? ਪੋਲੀਟੀਸ਼ੀਅਨ ਜ਼ਰੂਰੀ ਵੀ ਹੈ, ਲੇਕਿਨ ਜਿਹੜੀ ਅੱਜ ਕੱਲ੍ਹ ਦੇ ਪੋਲੀਟੀਸ਼ੀਅਨ ਹੈ ਸਾਰੇ ਕਰਪਟ ਇਹੀ। ਤੇ ਜੇ ਦੇਖਿਆ ਜਾਵੇ ਤੇ ਹਮੇਸ਼ਾ ਇਹ ਚੀਜ਼ ਕਹੀ ਜਾਂਦੀ ਹੈ ਕਿ ਜਿਹੜੇ ਪੋਲੀਟੀਸ਼ੀਅਨਸ ਨੇ, ਲੀਡਰਸ ਜਿਹੜੇ ਆਪਣੀ ਪ੍ਰਾਪਰਟੀ ਪੂਰੀ ਤਰ੍ਹਾਂ ਨਹੀਂ ਸਾਹਮਣੇ ਰੱਖਦੇ, ਠੀਕ ਹੈ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਅਸਲ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹ ਨਹੀਂ ਰੱਖਦੇ ਸਾਹਮਣੇ? ਸਹੀ ਗੱਲ ਹੈ, ਸਾਰਿਆਂ ਕੋਲ ਹੈਗੀ ਪ੍ਰਾਪਰਟੀ ਪੂਰੀ, ਉਹ ਡਿਕਲੇਅਰ ਕਰਦੇ ਹੀ ਨਹੀਂ। ਤੇ ਤੁਹਾਨੂੰ ਕੀ ਲੱਗਦਾ ਇਹਦੇ ਬਾਰੇ ਜਾਂਚ ਹੋਣੀ ਚਾਹੀਦੀ? ਜੇ ਜਾਂਚ ਹੋਏਗੀ ਤਾਂ ਸਾਹਮਣੇ ਆਏਗੀ ਤਾਂ ਜਨਤਾ ਦੀ ਭਲਾਈ ਲਈ ਕੁਝ ਯੂਜ਼ ਹੋ ਸਕਦਾ। ਜਾਂਚ ਤਾਂ ਹੋਣੀ ਚਾਹੀਦੀ ਹੈ, ਲੇਕਿਨ ਜਾਂਚ ਕਰੇਗਾ ਕਿਹੜਾ ਜਦੋਂ ਹੈ ਹੀ ਸਾਰੇ ਇੱਕੋ ਰਲੇ ਮਿਲੇ ਹੈਗੇ। ਕਿਉਂ ਹੁਣ ਵੀ ਦੇਖਿਆ ਗਿਆ ਥੋੜੇ ਇਲੈਕਸ਼ਨ ਤੋਂ ਕੁਝ ਟਾਈਮ ਪਹਿਲਾਂ ਹੀ ਜਿਹੜਾ ਹੈ ਚੰਨੀ ਸਾਹਿਬ ਦੇ ਭਤੀਜੇ ਘਰ ਈਡੀ ਦੀ ਰੇਡ ਪੈਂਦੀ ਹੈ, ਤੇ ਹੋਰ ਵੀ ਜਾਂਚ ਹੋਣੀ ਚਾਹੀਦੀ ਹੈ, ਸਾਰੀ ਪਾਰਟੀਆਂ ਦੇ ਜਾਂਚ ਹੋਣੀ ਚਾਹੀਦੀ ਹੈ, ਲੀਡਰਸ ਦੇ, ਤਾਂ ਕਿ ਜਿਹੜਾ ਪੈਸਾ ਹੈ ਉਹ ਜਿਹੜਾ ਸਾਹਮਣੇ ਆਵੇ ਤੇ ਜਿਹੜਾ ਹੈ ਯੂਜ਼ ਹੋਵੇ ਜਨਤਾ ਦੀ ਭਲਾਈ। ਹਾਂਜੀ ਹੋਣੀ ਚਾਹੀਦੀ ਹੈ ਜਾਂਚ, ਜਿਹੜਾ ਫਾਇਦਾ ਹੁੰਦਾ है ਤਾਂ देश का फायदा होना चाहिए। सबसे पहले तो सर ये बताइए कि पॉलिटिकल लीडर्स के बारे में आपके क्या विचार? बच्चे जो भी जीत जावे बढ़िया काम करवाओ, हम तो चाहे और कुछ नहीं। हमारे राय वोट है हमारे यूपी में, फिर भी हमने सोच रहे थे यहाँ से भी खुलवा ले, पर टाइम इतना नहीं है हमारे पास। नेक्स्ट टाइम खुलवाएगा आपका वोट, तो हमें झाड़ू को ही देना आपका जो भी रहेगा। और बताओ। तो देखा जाए तो अगर हम बात करें कि पॉलिटिकल पार्टीज को कहा जाता है कि वो अपनी पूरी संपत्ति रिवील नहीं करती है ना, तो क्या लगता है कि सही बात है ये कि रिवील करते हैं पूरी तरह के? नहीं, ये इलेक्शन के टाइम भी कहा जाता है कि अपनी पूरी संपत्ति की एक लिस्ट बना के दी जाए, तो देते हैं? क्या लगता है आपको? बस जी जितना काम करवाओ हमारी नज़र में तो सही है। रोड बनवा दे, हमारी सेवा करते थोड़ी सी, बस यही बहुत है हमारे लिए, तो और कुछ नहीं। जो हमें चाहिए बस वो मिल जाए हमें, और कुछ नहीं। मिल जाता है सारा कुछ जो आप चाहते हो? पॉलिटिकल पार्टी जिसको वोट देते हो आपको लगता है कि वो काम हो रहा है? उन जिसको मैंने वोट दिया मेरा तो काम हुआ आज ही पूरा। वो यूपी में तो सारा हो, यहाँ के देखते पंजाब में क्या होता है, और पंजाब वालों भाई से पूछो क्या हो भी यहाँ से काम। ਕਿਹਾ ਜਾਂਦਾ ਹੈ ਕਿ ਪੋਲੀਟੀਕਲ ਲੀਡਰ ਜਿਹੜੇ ਨੇ ਆਪਣੀ ਜਿਹੜੀ ਪ੍ਰਾਪਰਟੀ ਉਹ ਪੂਰੀ ਤਰ੍ਹਾਂ ਜਿਹੜਾ ਉਹਨਾਂ ਦੀ ਸੰਪਤੀ ਪੂਰੀ ਤਰ੍ਹਾਂ ਰਿਵੀਲ ਨਹੀਂ ਕਰਦੇ। ਕੀ ਲੱਗਦਾ ਤੁਹਾਨੂੰ, ਸਹੀ ਕਹਿੰਦੇ ਨੇ? ਵੀ ਪ੍ਰਾਪਰਟੀ ਆਪਣੀ ਪੂਰੀ ਦਿਖਾਉਂਦੇ ਆ ਤਾਂ ਹੀ ਉਹਨਾਂ ਨੂੰ ਟਿਕਟ ਲੈਣ ਦੀ ਇਜਾਜ਼ਤ ਮਿਲਦੀ ਹੈ। ਬਾਕੀ 2 ਨੰਬਰ ਦਾ ਕੰਮ ਸਾਰੇ ਹੀ ਕਰਦੇ ਆ, ਪੋਲੀਟੀਕਲ ਲੀਡਰ ਕੀ, ਬਿਜ਼ਨਸਮੈਨ ਕੀ। ਤੇ ਜਿਹੜੀ ਹੈ ਪਰ ਕਈਆਂ ਦਾ ਇਹ ਵੀ ਕਹਿਣਾ ਰਿਹਾ ਕਿ ਪੂਰੀ ਤਰ੍ਹਾਂ ਨਹੀਂ ਰਿਵੀਲ ਕਰਦੇ ਤਾਂ ਕਿ ਜਿਹੜਾ ਹੈ ਜੋ ਵੀ ਰੀਜ਼ਨ ਹੋਵੇ। ਕੀ ਕਹਿੰਦੇ ਹੋ, ਜਾਂਚ ਹੋਣੀ ਚਾਹੀਦੀ ਇਸ ਚੀਜ਼ ਦੀ? ਜਨਤਾ ਦੀ ਕੀ ਰਾਏ ਹੈ, ਕੀ ਲੱਗਦਾ ਸਰ ਤੁਹਾਨੂੰ? ਜੇ ਜਾਂਚ ਕਰਕੇ ਉਹਨਾਂ ਨੂੰ ਤਾਂ ਹੀ ਟਿਕਟ ਮਿਲਦੀ ਹੈ, ਇਜਾਜ਼ਤ ਲੈਂਦੇ ਆ। ਜੇ ਜਾਂਚ ਹੁੰਦੀ ਹੈ ਤਾਂ ਉਹਨਾਂ ਦੀ, ਬਾਕੀ ਤਾਂ ਗਵਰਨਮੈਂਟ ਦਾ ਕੰਮ ਹੈ ਜਾਂਚ ਕਰਨ ਜਾ ਕੇ ਕਿ ਉਹਨਾਂ ਕੋਲ ਪ੍ਰਾਪਰਟੀ ਜਿਹੜੀ ਦਿਖਾਈ ਆ ਉਹਨਾਂ ਨੇ ਹੈਗੀ ਕਿ ਨਹੀਂ ਹੈਗੀ, ਉਸ ਤੋਂ ਜ਼ਿਆਦਾ ਹੀ ਆਪਣੇ ਰਿਸ਼ਤੇਦਾਰਾਂ ਨਾਂ 'ਤੇ ਕੀਤੀ ਹੋਈ ਹੈ। ਇਹ ਤਾਂ ਗਵਰਨਮੈਂਟ ਦਾ ਕੰਮ ਹੈ, ਸਾਡੇ ਲੋਕਾਂ ਦਾ ਕੰਮ ਥੋੜ੍ਹੀ ਹੈਗਾ। ਮੈਂ ਉਹੀ ਪੁੱਛ ਰਹੀ ਹਾਂ ਸਰ ਕਿ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਇਹ ਜਾਂਚ ਕਰਨ ਤਾਂ ਕਿ ਜਿਹੜੀ ਉਹਨਾਂ ਦੀ ਪੂਰੀ ਪ੍ਰਾਪਰਟੀ ਰਿਵੀਲ ਹੋਵੇ, ਜਨਤਾ ਦੀ ਭਲਾਈ ਦੇ ਲਈ ਕੰਮ ਆਵੇ। ਗਵਰਨਮੈਂਟ ਪੂਰੀ ਤਰ੍ਹਾਂ ਜਾਂਚ ਕਰੇ ਨਾ। ਜਿਹੜੇ ਪੋਲੀਟੀਕਲ ਲੀਡਰ ਆਪਣੇ ਰਿਸ਼ਤੇਦਾਰਾਂ ਨਾਂ 'ਤੇ ਪ੍ਰਾਪਰਟੀ ਲੈ ਲੈਂਦੇ ਆ, ਉਹ ਦਿਖਾਉਂਦੇ ਆ ਨਹੀਂ ਗੇ। ਉਹ ਵੀ ਪਤਾ ਕਰਨਾ ਚਾਹੀਦਾ ਗਵਰਨਮੈਂਟ ਨੂੰ ਵੀ ਕਿਹੜੇ ਰਿਸ਼ਤੇਦਾਰਾਂ ਨਾਂ 'ਤੇ ਕੀ ਪ੍ਰਾਪਰਟੀ ਆ, ਉਹਨਾਂ ਨੇ ਕਿੱਥੋਂ ਲਿਆਂਦੀ ਹੈ। ਇਹ ਤਾਂ ਗਵਰਨਮੈਂਟ ਦਾ ਕੰਮ ਹੈ ਨਾ। ਇੱਦਾਂ ਹੋਏਗਾ ਤੁਹਾਨੂੰ ਲੱਗਦਾ ਕਿ ਜਨਤਾ ਦੀ ਭਲਾਈ ਲਈ ਜਿਹੜਾ ਪੈਸਾ ਹੈਗਾ ਉਹ ਯੂਜ਼ ਹੋ ਸਕੇਗਾ? ਹਾਂ, ਜੇ ਕੋਈ ਫੜਿਆ ਜਾਂਦਾ ਉਹਦੀ ਪ੍ਰਾਪਰਟੀ ਕੁਰ ਕਰਕੇ ਜਨਤਾ ਹੀ ਵੰਡੀ ਜਾਣ, ਫਿਰ ਜਨਤਾ ਦੀ ਭਲਾਈ ਹੋਊਗੀ। ਤੇ ਜਨਤਾ ਦੇ ਭਲੇ ਲਈ ਕੋਈ ਕੰਮ ਕੀਤੇ ਜਾਣ। ਜਿਵੇਂ ਕਿ ਅਸੀਂ ਗੱਲ ਕਰ ਰਹੇ ਸੀ ਕਿ ਪੋਲੀਟੀਕਲ ਪਾਰਟੀਆਂ ਜਿਹੜੀ ਹੈ ਆਪਣੀ ਪ੍ਰਾਪਰਟੀ ਪੂਰੀ ਤਰ੍ਹਾਂ ਸਾਹਮਣੇ ਨਹੀਂ ਰੱਖਦੀਆਂ, ਕਿ ਅਸੀਂ ਗੱਲ ਕਰ ਰਹੇ ਸੀ ਜਨਤਾ ਦੇ ਨਾਲ ਕਿ ਅਗਰ ਪ੍ਰਾਪਰਟੀਜ਼ ਜਿਹੜੀ ਆਪਣੀ ਪੂਰੀ ਸੰਪਤੀ ਹੈ, ਪੂਰੀ ਜਾਇਦਾਦ ਹੈ, ਉਹ ਪੂਰੀ ਤਰ੍ਹਾਂ ਅਗਰ ਸਾਹਮਣੇ ਰੱਖਣ ਤਾਂ ਜਨਤਾ ਦੀ ਭਲਾਈ ਹੋ ਸਕਦੀ ਹੈ। ਕਿ ਇਸੇ ਰਿਗਾਰਡਿੰਗ ਅਸੀਂ ਗੱਲ ਕੀਤੀ ਸੀ ਕਿ ਸਾਹਮਣੇ ਰੱਖਣ ਦਾ ਕੀ ਜਿਹੜੇ ਭਲਾਈ ਹੋ ਸਕਦੀ ਹੈ ਲੋਕਾਂ ਦੀ, ਤੇ ਇਸੇ ਬਾਰੇ ਜਾਂਚ ਵੀ ਕਰਨੀ ਚਾਹੀਦੀ ਹੈ ਕਿ
ਕਿਹੜੀ ਕਿਹੜੀ ਪ੍ਰਾਪਰਟੀ ਕਿਹੜੇ ਕਿਹੜੇ ਨਾਮ ਤੇ ਹੈ, ਜਿਵੇਂ ਕਿ ਹਾਲ ਹੀ ਦੇ ਵਿੱਚ ਜਿਹੜਾ ਹੈ ਇਲੈਕਸ਼ਨਾਂ ਤੋਂ ਪਹਿਲਾਂ ਈਡੀ ਦੀ ਰੇਡ ਪੈਂਦੀ ਹੈ ਜਿਹੜਾ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਦੇ ਘਰ, ਇਸੇ ਤਰ੍ਹਾਂ ਹੋਰ ਵੀ ਸਾਰਿਆਂ ਦੇ ਘਰ ਜਿਹੜੀ ਹੈ ਆਪਣੀ ਉਹਨਾਂ ਦੀ ਪ੍ਰਾਪਰਟੀ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਜਨਤਾ ਦਾ ਵੀ ਇਹੀ ਕਹਿਣਾ ਰਿਹਾ ਕਿ ਜਾਂਚ ਹੋਣੀ ਚਾਹੀਦੀ ਹੈ। ਜਾਂਚ ਹੋਏਗੀ ਜਿਹੜੀ ਹੈ ਤਾਂ ਹੀ ਜਿਹੜੀ ਇੱਕ ਭਲਾਈ ਹੋ ਸਕਦੀ ਹੈ। ਕਿ ਇਸ ਨਾਲ ਤੁਸੀਂ ਕੀ ਕਹਿੰਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਮੈਂ ਆਪਣਾ ਪ੍ਰਸ਼ਨ ਇੱਕ ਵਾਰ ਫੇਰ ਦੁਹਰਾਉਂਗੀ ਕਿ ਜਾਂਚ ਹੋਣੀ ਚਾਹੀਦੀ ਹੈ ਸਾਰੇ ਪੋਲੀਟੀਕਲ ਲੀਡਰਸ ਦੇ ਘਰ ਤਾਂ ਕਿ ਜਨਤਾ ਦੀ ਭਲਾਈ ਹੋ ਸਕੇ। ਇਸੇ ਨਾਲ ਮੈਂ ਨਿਧੀ ਵਰਮਾ, ਕੈਮਰਾਮੈਨ ਮਨੀਸ਼ ਦੇ ਨਾਲ ਤੁਹਾਡੇ ਤੋਂ ਲਵਾਂਗੀ ਇਜਾਜ਼ਤ ਤੇ ਹੋਰ ਅਪਡੇਟਸ ਲਈ ਦੇਖਦੇ ਰਹੋ ਦ ਸਿਟੀ ਹੈਡਲਾਈਨਸ।